ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਇਹ 6th ਲੈਕਚਰ ਆਪਣਾ ਮੋਸ਼ਨ ਵਾਲੇ ਚੈਪਟਰ ਦਾ ਇਕੱਲੇ ਦਾ। ਤਾਂ ਇਹਦੇ ਵਿੱਚ ਆਪਾਂ ਕੀ ਕਰਨਾ, ਲਾਸਟ ਵਾਲੇ ਤੁਹਾਨੂੰ ਅੱਜ ਸਵੇਰੇ ਮੈਂ ਕਰਾਇਆ ਸੀਗਾ ਦੁਪਹਿਰੇ ਕਿ ਵੈਲੋਸਿਟੀ ਕੀ ਹੁੰਦੀ ਹੈ। ਵੈਲੋਸਿਟੀ ਦਾ ਟੌਪਿਕ ਜ਼ਰੂਰ ਛੋਟਾ ਸੀ, ਪਰ ਉਹਨੂੰ ਪੂਰਾ ਜੇ ਤੁਸੀਂ ਧਿਆਨ 'ਚ ਸਮਝਣਾ ਸੀ ਤਾਂ ਤੁਹਾਨੂੰ ਜ਼ਰੂਰ ਵੀਡੀਓ ਦੇਖਣੀ ਪੈਣੀ ਹੈ, ਅਦਰਵਾਈਜ਼ ਨਹੀਂ ਸਮਝ ਆਊਗਾ। ਹੁਣ ਇੱਕ ਹੈ ਐਵਰੇਜ ਸਪੀਡ, ਇੱਕ ਹੈ ਐਵਰੇਜ ਵੈਲੋਸਿਟੀ, ਜਿਹਦੇ ਵਿੱਚ ਕਨਫਿਊਜ਼ਨ ਤੇ ਬਹੁਤ ਸਾਰੇ ਨਿਊਮੈਰਿਕ ਬੰਨੇ ਹੀ ਬੰਨੇ ਆ। ਤਾਂ ਇਸੇ ਲੈਕਚਰ ਦੇ ਵਿੱਚ ਆਪਾਂ ਸਾਰੀਆਂ ਕਨਫਿਊਜ਼ਨ ਦੂਰ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜੇ ਬੱਚੇ ਨੇ ਐਵਰੇਜ ਸਪੀਡ ਤੇ ਐਵਰੇਜ ਵੈਲੋਸਿਟੀ ਸਮਝ ਨਹੀਂ ਹੈ, ਉਹਨੂੰ ਇੱਕ ਚੀਜ਼ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਉਹ ਆਪਣੇ ਕੋਲ ਹੈਗਾ ਯੂਨੀਫਾਰਮ ਮੋਸ਼ਨ ਤੇ ਨੌਨ ਯੂਨੀਫਾਰਮ ਮੋਸ਼ਨ। ਬਸ ਇਸ ਚੀਜ਼ ਦਾ ਜਿਹਨੂੰ ਪਤਾ ਲੱਗ ਗਿਆ ਨਾ, ਉਹਨੂੰ ਪਤਾ ਲੱਗ ਜਾਊਗਾ ਕਿ ਆਪਾਂ ਐਵਰੇਜ ਕਿਸੇ ਚੀਜ਼ ਦੀ ਕਿਉਂ ਕੱਢਦੇ ਆ। ਇਹ ਤੁਹਾਨੂੰ ਕੋਈ ਨਹੀਂ ਦੱਸੂਗਾ, ਸਿੱਧਾ ਕਰਾ ਦਿੰਦੇ ਐਵਰੇਜ ਵੈਲੋਸਿਟੀ ਐਵਰੇਜ ਸਪੀਡ ਹੈ। ਪਰ ਜੇ ਤੁਹਾਨੂੰ ਬੇਸ ਤੁਸੀਂ ਜੜ ਨਹੀਂ ਤੁਹਾਡੀ ਮਜ਼ਬੂਤ ਹੋਈ ਤਾਂ ਤੁਹਾਡਾ ਜਿਹੜਾ ਅੱਗੇ ਵਾਲੇ ਫਲ ਫਰੂਟ ਆ ਉਹ ਸਾਰੇ ਖਿਲਰਦੇ ਰਹਿਣਗੇ। ਹੁਣ ਦੇਖੋ, ਮੈਂ ਬਣਾਉਣ ਨੂੰ ਯੂਨੀਫਾਰਮ ਵਾਲੇ ਤੇ ਵੱਖਰੀ ਵੀਡੀਓ ਬਣਾ ਸਕਦੇ, ਪਰ ਵਿੱਚ ਦੱਸਣਾ ਜ਼ਰੂਰੀ ਹੈ ਕਿਉਂਕਿ ਫੇਰ ਹੀ ਤੁਸੀਂ ਅਟੈਚ ਹੋਵੋਗੇ ਨਾਲ। ਹੁਣ ਦੇਖੋ, ਆਪਾਂ ਇਹਨੂੰ ਕਰਦੇ ਹਾਂ ਪਹਿਲਾਂ। ਲਓ, ਮੈਂ ਸਲਾਈਡ ਚੇਂਜ ਕਰ ਲੈਂਦਾ, ਫਿਰ ਤੁਹਾਨੂੰ ਲੈ ਕੇ ਚੱਲੂਗਾ ਅੱਗੇ ਐਵਰੇਜ ਵੈਲੋਸਿਟੀ ਤੇ ਐਵਰੇਜ ਸਪੀਡ ਤੇ। ਚਲੋ ਹੁਣ ਦੇਖੋ, ਸਭ ਤੋਂ ਪਹਿਲਾਂ ਪੁਆਇੰਟ ਲੈ ਲੈਨੇ ਆਪਾਂ। ਪੁਆਇੰਟ ਟੂ ਪੁਆਇੰਟ ਗੱਲ ਕਰਨੀ ਹੈ ਤਾਂ ਪੁਆਇੰਟ ਹੀ ਲੈਣੇ ਪੈਣਗੇ, A B ਤੇ C। ਇੱਕ ਪੁਆਇੰਟ ਲੈ ਲੈਨੇ ਆ A, ਫਿਰ B, ਇੱਕ ਹੋਰ C। ਲਓ, ਆ ਤਿੰਨਾਂ ਲਾਈਨਸ ਦੇ ਵਿੱਚ ਤੁਹਾਨੂੰ ਮੈਂ ਦੋਵੇਂ ਚੀਜ਼ਾਂ ਕਲੀਅਰ ਕਰਾ ਦੂੰਗਾ, ਯੂਨੀਫਾਰਮ ਮੋਸ਼ਨ ਤੇ ਨੌਨ ਯੂਨੀਫਾਰਮ ਮੋਸ਼ਨ। ਸਭ ਤੋਂ ਪਹਿਲਾਂ ਆਪਣੀ ਕਾਰ ਹੈ, ਦੇਖ ਲਓ। ਠੀਕ ਹੈ, ਕਾਰ ਕੀ ਕਰੀ ਜਾਂਦੀ ਹੈ? ਕਾਰ ਚੱਲੀ ਹੈ A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ। ਨੀਚੇ ਹੈਗਾ ਆਪਣੇ ਕੋਲ ਟਾਈਮ, ਇਹ ਗਈ ਹੈ 5 ਮਿੰਟ ਦੇ ਵਿੱਚ 10 ਕਿਲੋਮੀਟਰ। ਫਿਰ 10 ਕਿਲੋਮੀਟਰ ਗਈ ਹੈ 5 ਮਿੰਟ ਦੇ ਵਿੱਚ। ਤੁਹਾਨੂੰ ਮੈਂ ਕੱਲ ਯੂਨੀਫਾਰਮ ਸਪੀਡ ਕਰਾਈ ਸੀ ਨਾ, ਉਹ ਸੇਮ ਕੰਸੈਪਟ ਹੈ। ਯੂਨੀਫਾਰਮ ਮੋਸ਼ਨ ਵੀ ਸੇਮ ਟੂ ਸੇਮ। ਯੂਨੀਫਾਰਮ ਮਤਲਬ ਸੇਮ ਚੀਜ਼ਾਂ ਪਾਈਆਂ, ਸ਼ਰਟ ਵੀ ਸਾਰਿਆਂ ਨੇ ਸੇਮ ਪਾਈ ਹੈ ਤੇ ਪੈਂਟ ਵੀ ਸਾਰਿਆਂ ਨੇ ਸੇਮ ਪਾਈ ਹੈ। ਸ਼ਰਟ ਮੰਨ ਲਓ ਤੁਹਾਡੀ ਕਿਲੋਮੀਟਰ ਹੈ ਤੇ ਪੈਂਟ ਮੰਨ ਲਓ ਸਪੀਡ ਹੈ। ਹੁਣ ਟਾਈਮ ਹੈ। ਹੁਣ ਦੇਖੋ, 5 ਮਿੰਟ 'ਚ ਤੇ 5 ਮਿੰਟ 'ਚ 10 ਕਿਲੋਮੀਟਰ 10 ਕਿਲੋਮੀਟਰ, ਇਹ ਆਪਣੇ ਕੋਲ ਕੀ ਹੋ ਗਿਆ? ਯੂਨੀਫਾਰਮ ਮੋਸ਼ਨ। ਠੀਕ ਹੈ, ਯੂਨੀਫਾਰਮ ਮੋਸ਼ਨ। ਜੇ ਇੱਥੇ ਤੁਹਾਨੂੰ ਕੋਈ ਕਵੇ ਕਿ ਮੈਨੂੰ ਇੱਕ ਅੰਦਾਜ਼ਾ ਜਾਂ ਦੱਸ ਕਿ ਜਿਹੜੀ ਸਪੀਡ ਕਾਰ ਦੀ ਰਹੀ ਹੈ ਜਾਂ ਇੱਕ ਮੈਨੇਜ ਦੀ ਸਪੀਡ ਰਹੀ ਹੈ, ਐਵਰੇਜ ਜੀ ਉਹਦੀ ਰਹੀ ਹੈ, ਤਾਂ ਤੁਸੀਂ ਕੀ ਦੱਸੋਗੇ ਕਿ ਕਿੰਨੀ ਕੁ ਰਹੀ ਹੈ? ਇਹ ਕੱਢਣਾ ਬਹੁਤ ਸੌਖਾ ਹੈ। ਕਿਵੇਂ ਕੱਢਣਾ ਸੌਖਾ ਹੈ? ਕਿਉਂਕਿ 10 A ਤੋਂ B ਪੁਆਇੰਟ ਤੇ 10/5 ਤੇ B ਤੋਂ C ਪੁਆਇੰਟ ਤੇ 10/5। ਇਹ ਕੀ ਆ ਗਿਆ ਆਪਣੇ ਕੋਲੇ? 2 ਕਿਲੋਮੀਟਰ ਮਿੰਟ ਜਿਹੜੀ ਆਪਣੀ ਸਪੀਡ ਆ ਗਈ। ਸਹੀ ਹੈ, ਇਹ ਤੁਸੀਂ ਕੱਢਤੀ ਮਿੰਟ 'ਚ ਕਿ ਪਹਿਲਾਂ A B ਪੁਆਇੰਟ ਉਵੇਂ ਚੱਕੋਗੇ ਨਾ, ਕਿਉਂਕਿ ਆਪਾਂ ਦੋਨੋਂ ਚੀਜ਼ਾਂ ਲਈ ਜਾਂਦੇ ਆ, A B ਲਈ ਜਾਂਦੇ ਆ ਫਿਰ B C ਲਈ ਜਾਂਦੇ ਆ। ਇਕੱਠਾ ਤਾਂ ਨਹੀਂ ਚੱਕ ਸਕਦੇ ਨਾ ਕਿ A ਤੋਂ C ਕਿੰਨੀ ਹੈ, ਐ ਨਹੀਂ ਚੱਕ ਸਕਦੇ ਕਿਉਂਕਿ ਆਪਾਂ ਇਹਦਾ ਕੋਈ ਫਾਰਮੂਲਾ ਨਹੀਂ ਸੈੱਟ ਕਰਨਾ। ਸਿਰਫ ਆਪਾਂ ਇਹ ਦੱਸਣਾ ਸੀਗਾ ਕਿ ਐਵਰੇਜ ਕਿੰਨੀ ਕੁ ਆਪਾਂ ਗੱਡੀ ਹੈ। ਤਾਂ ਆਪਣਾ ਕਿੰਨਾ ਆ ਗਿਆ? 2 ਕਿਲੋਮੀਟਰ ਪਰ ਮਿੰਟ। ਠੀਕ ਹੈ, ਕਿ 2 ਕਿਲੋਮੀਟਰ ਜਾਂਦਾ ਪਿਆ 1 ਮਿੰਟ ਦੇ ਵਿੱਚ। ਹੁਣ ਇਹ ਤਾਂ ਸੀ ਯੂਨੀਫਾਰਮ ਮੋਸ਼ਨ। ਇਹਦਾ ਤਾਂ ਤੁਸੀਂ ਸਿੱਧਾ ਕੱਢਤਾ, ਕੋਈ ਫਾਰਮੂਲਾ ਨਹੀਂ ਲਾਇਆ, ਸਿਰਫ ਤੁਸੀਂ ਅੰਦਾਜ਼ਾ ਲਾਇਆ ਕਿ 5 ਮਿੰਟ 'ਚ ਜੇ 10 ਜਾਂਦਾ ਪਿਆ ਤਾਂ 1 ਮਿੰਟ 'ਚ 2 ਜਾਊਗਾ। ਅੰਦਾਜ਼ਾ ਲਾਤਾ ਨਾ ਕਿ ਉਹਦੀ 2 ਕਿਲੋਮੀਟਰ ਦੇ ਅਪਰੋਕਸ ਮੇਰੇ ਕੋਲ ਪਹੁੰਚ ਗਿਆ। ਹੁਣ ਆ ਜਾਓ ਅੱਗੇ, 5 ਮਿੰਟ ਤੇ 5 ਮਿੰਟ। ਅੱਗੇ ਉੱਤੇ ਹੈ 7 ਕਿਲੋਮੀਟਰ ਤੇ ਨਾਲ ਹੈ 8 ਕਿਲੋਮੀਟਰ। ਨੀਚੇ ਹੈ 7 ਕਿਲੋਮੀਟਰ ਤੇ ਫਿਰ 7 ਕਿਲੋਮੀਟਰ। ਇੱਧਰ ਹੈ 5 ਮਿੰਟ, ਇੱਧਰ ਹੈ 3 ਮਿੰਟ। ਹੁਣ ਇਹਨਾਂ ਦੋਵਾਂ 'ਚ ਕੀ ਹੈ? ਇੱਥੇ ਟਾਈਮ ਸੇਮ ਹੈ ਤੇ ਨੀਚੇ ਕੀ ਹੈ? ਜਿਹੜੀ ਆਪਣੀ ਸਪੀਡ ਸੇਮ ਹੈ। ਠੀਕ ਹੈ, ਜਾਂ ਡਿਸਟੈਂਸ ਸੇਮ ਹੈ, ਜਾਂ ਡਿਸਟੈਂਸ ਲਾ ਲਓ, ਡਿਸਟੈਂਸ ਸੇਮ ਹੈ। ਹੁਣ ਇਹਨੂੰ ਕੀ ਕਵਾਂਗੇ? ਜੇ ਕਿਸੇ ਵੀ ਇੱਕ ਚੀਜ਼ 'ਚ ਬਦਲਾਅ ਹੁੰਦਾ ਉਹਨੂੰ ਕਵਾਂਗੇ ਨੌਨ ਯੂਨੀਫਾਰਮ। ਜੇ ਤੁਹਾਡੇ ਸਾਰੇ ਜਣੇ ਕਲੀਕ ਹੈ, ਤੁਹਾਡੇ 10 ਜਣੇ ਆ 9 ਜਣੇ, ਤੁਹਾਡੇ ਸ਼ਰਟ ਪੈਂਟ ਸੇਮ ਪਾ ਕੇ ਆਏ, ਇੱਕ ਜਣੇ ਦੀ ਸ਼ਰਟ ਨਹੀਂ ਸੇਮ, ਉਹ ਵੀ ਡਰੈਸ ਨਹੀਂ ਹੋਣੀ। ਜੇ ਇੱਕ ਜਣੇ ਦੀ ਪੈਂਟ ਨਹੀਂ ਸੇਮ, ਉਹ ਵੀ ਡਰੈਸ ਨਹੀਂ ਕਾਊਂਟ ਹੋਣੀ। ਉਹਨੂੰ ਕੀ ਕਵਾਂਗੇ? ਨੌਨ ਯੂਨੀਫਾਰਮ। ਇਹ ਯੂਨੀਫਾਰਮ ਵਿਦਆਊਟ ਯੂਨੀਫਾਰਮ ਹੈ। ਠੀਕ ਹੈ, ਨੌਨ ਯੂਨੀਫਾਰਮ ਮੋਸ਼ਨ। ਤਾਂ ਇੱਥੇ ਹੁਣ ਮੈਨੂੰ ਦੱਸੋ, ਜੇ ਤੁਹਾਨੂੰ ਕੋਈ ਕਵੇ, ਆ ਮੰਨ ਕੇ ਚਲੋ ਆਪਾਂ ਦੂਜਾ ਪੁਆਇੰਟ ਚੱਕਦੇ ਹਾਂ, ਇੱਥੇ ਤੁਹਾਨੂੰ ਕੋਈ ਕਵੇ ਕਿ ਮੈਨੂੰ ਨਾ ਅੰਦਾਜ਼ਾ ਲਾ ਕੇ ਦੱਸ ਯਾਰ ਉਹ ਕਿੰਨਾ ਕੁ A ਤੋਂ B ਪੁਆਇੰਟ ਤੇ B ਤੋਂ C ਪੁਆਇੰਟ ਤੇ ਪਹੁੰਚਣ ਲੱਗੇ, ਉਹ ਕਿੰਨੇ ਕੁ ਐਵਰੇਜ 'ਚ ਸਪੀਡ 'ਚ ਆਇਆ। ਹੁਣ ਚਲੋ ਮੰਨ ਲਓ ਇੱਥੇ 7/5 ਲੈ ਲਓਗੇ, ਇਹ ਪੁਆਇੰਟ 'ਚ ਆਨਸਰ ਆ ਜਾਊਗਾ। ਇੱਥੇ 8/5 ਲੈ ਲਓਗੇ, ਇੱਥੇ ਪੁਆਇੰਟ 'ਚ ਆਨਸਰ ਸੇਮ ਨਹੀਂ ਹੈਗਾ ਨਾ। ਹੁਣ ਤੁਸੀਂ ਅੰਦਾਜ਼ਾ ਲਾ ਹੀ ਨਹੀਂ ਸਕਦੇ। ਜੇ ਆਨਸਰ ਸੇਮ ਇੱਥੇ ਨਹੀਂ ਹੈਗਾ
ਤਾਂ ਤੁਸੀਂ ਅੰਦਾਜ਼ਾ ਲਾ ਹੀ ਨਹੀਂ ਸਕਦੇ। ਤਾਂ ਇੱਥੇ ਕਨਸੈਪਟ ਜਿਹੜਾ ਲਾਸਟ ਤੁਹਾਨੂੰ ਮੈਂ ਵੀਡੀਓ 'ਚ ਕਰਾਇਆ ਸੀ ਉਹ ਇੱਥੇ ਆ ਕੇ ਜੁੜਦਾ ਕਿ ਸਪੀਡ, ਠੀਕ ਹੈ, ਜਿਹੜੀ ਸਪੀਡ ਤੁਹਾਨੂੰ ਮੈਂ ਦੱਸੀ ਸੀ ਨਾ ਕਿ ਉਹ ਕਿਵੇਂ, ਸੌਰੀ ਐਵਰੇਜ ਸਪੀਡ, ਜਿਹੜੀ ਐਵਰੇਜ ਸਪੀਡ ਤੁਹਾਨੂੰ ਮੈਂ ਦੱਸੀ ਸੀ ਕਿ ਉਹ ਕਿਵੇਂ ਯੂਨੀਫਾਰਮ ਵਜੋਂ ਦਿਖਾਈ ਜਾਂਦੀ ਹੈ, ਪਰ ਉਹਨਾਂ ਚਿਰ ਉਹ ਯੂਨੀਫਾਰਮ 'ਚ ਨਹੀਂ ਬਣਦੀ ਜਿੰਨਾ ਚਿਰ ਉਹ ਵੈਰੀਏਬਲ ਨਾ ਹੋਊਗੀ। ਇੱਥੇ ਵੈਰੀਏਬਲ ਸਪੀਡ ਹੈ, ਬਦਲੀ ਜਾਂਦੀ ਹੈ, ਇੱਥੇ ਵੀ ਵੈਰੀਏਬਲ ਸਪੀਡ ਹੈ। ਹੁਣ ਇਹਨੂੰ ਜਦੋਂ ਆਪਾਂ ਐਵਰੇਜ 'ਚ ਕਨਵਰਟ ਕਰਾਂਗੇ ਤਾਂ ਉਹ ਡਿਫਾਈਨ ਕਾਹਦੇ 'ਚ ਹੋਊਗੀ ਆਪਣੇ ਕੋਲੇ, ਉਹ ਹੋਊਗੀ ਯੂਨੀਫਾਰਮ ਦੇ ਵਿੱਚ। ਜਿਹੜੇ ਬੱਚੇ ਦਾ ਲੈਕਚਰ ਲਾ ਰਹੇ ਆ ਉਹਨਾਂ ਨੂੰ ਸਾਰੀ ਸਮਝ ਆ ਰਹੀ ਹੈ, ਉਹ ਹੋ ਜੂਗੀ ਸਪੀਡ ਫਿਰ ਐਵਰੇਜ ਨੂੰ ਹੁਣ ਇੱਥੋਂ ਕਨਸੈਪਟ ਕਲੀਅਰ ਹੁੰਦਾ। ਤਾਂ ਮੈਂ ਸਮਝਾਇਆ ਸੀ ਨੋਨ ਯੂਨੀਫਾਰਮ ਤੇ ਯੂਨੀਫਾਰਮ ਕਿਉਂ ਸਮਝਾਇਆ ਸੀ ਕਿ ਕਿਉਂ ਆਪਾਂ ਐਵਰੇਜ ਸਪੀਡ ਤੇ ਐਵਰੇਜ ਵੈਲੋਸਿਟੀ ਕੱਢਦੇ ਆ, ਕਿਉਂ ਉਹਨਾਂ ਦੇ ਫਾਰਮੂਲਾਜ਼ ਬਣੇ ਹੋਏ ਆ। ਹੁਣ ਕਲੀਅਰ ਹੋ ਗਿਆ। ਹੁਣ ਆਪਾਂ ਚੱਲਦੇ ਆ ਐਵਰੇਜ ਸਪੀਡ ਕੀ ਹੁੰਦੀ ਹੈ ਤੇ ਐਵਰੇਜ ਵੈਲੋਸਿਟੀ ਕੀ ਹੁੰਦੀ ਹੈ। ਹੁਣ ਸਾਰੀਆਂ ਚੀਜ਼ਾਂ ਨਾਲ ਜੁੜ ਗਏ ਨਾ। ਹੁਣ ਚੱਲਦੇ ਆ ਅੱਗੇ। ਹੁਣ ਜ਼ਿਆਦਾ ਸਮਾਂ ਨਹੀਂ ਲਾਉਂਗਾ, ਦੋਨੋਂ ਐਵਰੇਜ ਵੈਲੋਸਿਟੀ ਦਾ ਵੀ ਤੇ ਐਵਰੇਜ ਸਪੀਡ ਦਾ ਵੀ ਤੁਹਾਨੂੰ ਮੈਂ ਇੱਕ ਇੱਕ ਸਮ ਕੱਢ ਕੇ ਦਿਖਾਊਂਗਾ। ਤੇ ਨੂਮੈਰਿਕ ਜੇ ਤੁਸੀਂ ਕਰਨੇ ਆ ਤਾਂ ਲੈਕਚਰ ਆਪਣੇ ਖਤਮ ਹੋ ਲੈਣ ਦਿਓ, ਫਿਰ ਤੁਹਾਨੂੰ ਮੈਂ ਨੂਮੈਰਿਕ ਸੈਂਡ ਵੀ ਕਰ ਦੂੰਗਾ। ਇਹ NCERT ਦੀ ਬੁੱਕ 'ਚ ਦਿੱਤੇ ਹੋਏ ਆ ਨੂਮੈਰਿਕ ਜਿਹੜੇ, ਇਹ ਮੈਂ ਨਹੀਂ ਝੂਠ ਮਾਰੂੰਗਾ ਕਿ ਆਪਦੇ ਕੋਲੋਂ ਬਣਾਇਆ। ਆਪਦੇ ਕੋਲੋਂ ਆਪਾਂ ਉਦੋਂ ਬਣਾਵਾਂਗੇ ਜਦੋਂ ਸਪੈਸ਼ਲ ਕਲਾਸਿਸ ਲਾਈਆਂ ਨੂਮੈਰਿਕ ਦੀਆਂ। ਚਲੋ ਹੁਣ ਆਪਾਂ ਇਹਦੇ ਵਿੱਚ ਚੱਲਦੇ ਹਾਂ। ਐਵਰੇਜ ਸਪੀਡ ਹੁੰਦੀ ਕੀ ਹੈ? ਐਵਰੇਜ ਸਪੀਡ ਇਜ਼ ਦਾ ਟੋਟਲ ਡਿਸਟੈਂਸ। ਕੱਲ ਮੈਂ ਪੁੱਛਿਆ ਸੀ, ਇੱਕ ਬੱਚੇ ਨੇ, ਸਿਰਫ ਇੱਕ ਬੱਚੇ ਨੇ, ਹੁਣ ਤੱਕ ਇੱਕ ਬੱਚੇ ਨੇ ਕਮੈਂਟ ਕੀਤਾ ਹੋਇਆ ਕਿ ਸਰ ਇਹ ਫਾਰਮੂਲਾ, ਤਾਂ ਇੱਕ ਮੰਨਤ ਜੀ ਨੇ ਕੀਤਾ ਸੀ, ਇੱਕ ਹੋਰ ਬੱਚਾ ਸ਼ਾਇਦ ਆਕਾਸ਼ਦੀਪ ਜੀ ਹੈਗੇ ਸੀਗੇ। ਐਵਰੇਜ ਸਪੀਡ ਇਜ਼ ਟੋਟਲ ਡਿਸਟੈਂਸ ਟਰੈਵਲਡ ਬਾਏ ਦਾ ਆਬਜੈਕਟ ਇਨ ਪਾਰਟਿਕੂਲਰ ਟਾਈਮ ਇੰਟਰਵਲ। ਹੁਣ ਐਵਰੇਜ ਸਪੀਡ ਕੀ ਹੈ ਆਪਣੇ ਕੋਲ? ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਜਿੱਥੇ ਮੋਸ਼ਨ ਲਿਖਿਆ ਆ ਜਾਏ ਨਾ, ਸਪੀਡ ਆ ਜਾਏ, ਮੋਸ਼ਨ ਆ ਜਾਏ, ਵੈਲੋਸਿਟੀ ਆ ਜਾਏ, ਕੁਝ ਵੀ ਆ ਜਾਏ, ਉਹਦੇ ਟਾਈਮ ਨੇ ਹੋਣਾ ਹੀ ਹੋਣਾ। ਤਾਂ ਹੁਣ ਟੋਟਲ ਡਿਸਟੈਂਸ, ਇਸ ਚੀਜ਼ ਦਾ ਧਿਆਨ ਦੇਣਾ, ਟੋਟਲ ਡਿਸਟੈਂਸ ਉਹਨੇ ਕਵਰ ਕੀਤਾ, ਠੀਕ ਹੈ। ਆਬਜੈਕਟ ਨੇ, ਆਬਜੈਕਟ ਆਪਾਂ ਲੈ ਲੈਂਦੇ ਕਾਰ ਨੇ, ਇੱਕ ਪਾਰਟਿਕੂਲਰ ਟਾਈਮ ਦਿੱਤਾ ਹੋਇਆ ਕਿ ਮੰਨ ਲਓ 5 ਮਿੰਟ 10 ਕਿਲੋਮੀਟਰ ਕੀਤਾ, 10 ਮਿੰਟ 'ਚ 20 ਕਿਲੋਮੀਟਰ ਕੀਤਾ, ਠੀਕ ਹੈ। ਹੁਣ ਸਪੀਡ ਜਿੱਥੇ ਆ ਗਈ, ਸਪੀਡ ਕੀ ਹੈ? ਉਹ ਸਕੇਲਰ ਕੁਆਂਟੀਟੀ ਹੈ, ਕਿਉਂਕਿ ਸਪੀਡ ਦੇ ਵਿੱਚ ਇਕੱਲੇ ਨੰਬਰਸ ਦੇ ਦਿਖਣਗੇ ਤੁਹਾਨੂੰ। ਨੰਬਰਸ ਮਤਲਬ ਪਰਿਮਾਣ, ਮੈਗਨੀਟਿਊਡ, ਠੀਕ ਹੈ। ਸਕੇਲਰ ਕੁਆਂਟੀਟੀ ਹੈ। S ਮੈਨੇ ਸਿੰਗਲ, V ਮੈਨੇ ਵਾਧੂ ਸਾਰੇ ਵੈਕਟਰ ਜਿੰਦੇ ਵਿੱਚ ਡਾਇਰੈਕਸ਼ਨ ਦਿੱਤੀ ਹੋਵੇ। ਹੁਣ ਚੱਲਦੇ ਹਾਂ ਅੱਗੇ। ਹੁਣ ਐਵਰੇਜ ਸਪੀਡ ਦਾ ਫਾਰਮੂਲਾ ਕੀ ਹੈ ਆਪਣੇ ਕੋਲੇ? ਟੋਟਲ ਡਿਸਟੈਂਸ ਬਟਾ ਟੋਟਲ ਟਾਈਮ, ਟੋਟਲ ਡਿਸਟੈਂਸ ਬਟਾ ਟੋਟਲ ਟਾਈਮ। ਇਹ ਆਪਣੇ ਕੋਲ ਕੀ ਹੈ? ਫਾਰਮੂਲਾ। ਹੁਣ ਆਪਾਂ ਤੁਹਾਨੂੰ ਮੈਂ ਨੂਮੈਰਿਕ ਕਰਕੇ ਦਿਖਾਣਾ ਤੇ ਇਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਊਗਾ। ਇਹ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਹੋਇਆ। ਆ ਦੇਖੋ, ਇੱਕ ਆਬਜੈਕਟ ਹੈ, ਕਾਰ ਹੈ, ਠੀਕ ਹੈ। 16 ਮੀਟਰ ਜਾਂਦੇ ਆ 4 ਸੈਕਿੰਡ 'ਚ। ਮੰਨ ਲਓ ਆਪਾਂ AB ਪੁਆਇੰਟ ਲੈ ਲੈਂਦੇ ਆ, AB ਪੁਆਇੰਟ 4 ਸੈਕਿੰਡ ਹੈ ਤੇ 16 ਮੀਟਰ। ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਹੁਣੇ ਸ਼ੁਰੂ ਦੇ ਵਿੱਚ ਕਿ ਮੀਟਰ ਤੇ ਸੈਕਿੰਡ, ਵੈਲੋਸਿਟੀ ਦੇ ਵਿੱਚ ਦੱਸਿਆ ਸੀਗਾ ਨਾਲੇ ਕਿ ਮੀਟਰ ਸੈਕਿੰਡ ਜਿਹੜੀਆਂ ਆਪਣੀਆਂ CGS SI ਯੂਨਿਟ ਹੈ ਉਹਨਾਂ ਵਿੱਚ ਹੀ ਤੁਹਾਡੇ ਸਮ ਸੋਲਵ ਹੋਣੇ ਆ। ਇਹ ਬੇਸਿਕ ਸਮ ਹੈ, ਤਾਂ ਕਰਕੇ ਇਹਦੇ ਵਿੱਚ ਪਹਿਲਾਂ ਹੀ ਮੀਟਰ ਸੈਕਿੰਡ ਦਿੱਤਾ ਹੋਇਆ। ਮੀਟਰ 16 ਮੀਟਰ ਤੇ 4 ਸੈਕਿੰਡ 'ਚ ਜਾਂਦੀ ਹੈ। ਤੇ ਦੈਨ ਅਨਦਰ, ਹੁਣ ਦੇਖੋ B ਤੋਂ C ਪੁਆਇੰਟ ਵੱਲ ਇਹ ਜਾਂਦੀ ਹੈ 2 ਸੈਕਿੰਡ 'ਚ 16 ਮੀਟਰ। ਹੁਣ ਇੱਕ ਚੀਜ਼ ਤਾਂ ਇੱਥੇ ਕਲੀਅਰ ਇਹ ਹੋ ਗਈ ਕਿ ਇਹ ਹੈਗੀ ਆਪਣੇ ਕੋਲ ਵੈਰੀਏਬਲ ਸਪੀਡ, ਠੀਕ ਹੈ। ਇੱਕ ਚੀਜ਼ ਇਹ ਕਲੀਅਰ ਹੋ ਗਈ ਕਿ ਇਹ ਹੈਗਾ ਨੋਨ ਯੂਨੀਫਾਰਮ ਮੋਸ਼ਨ। ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨਾ, ਮੈਂ ਨਾਲ ਤਾਂ ਹੀ ਦੱਸਦਾ ਜਾਂਦਾ ਤਾਂ ਜੋ ਇੱਥੇ ਸਿੱਧਾ। ਹੁਣ ਜੇ ਮੰਨ ਲਓ ਇਹ ਨਾ ਪੁੱਛਣਗੇ ਐਵਰੇਜ ਸਪੀਡ ਕੱਢੋ, ਇਹ ਪੁੱਛ ਲੈਣ ਕਿ ਇਹ ਕਿਹੜਾ ਮੋਸ਼ਨ ਹੈ। ਹੁਣ ਤੁਸੀਂ ਆਨਸਰ ਕੀ ਕਰੋਗੇ ਕਿ ਇਹ ਕਿਹੜਾ ਮੋਸ਼ਨ ਹੈ? ਤਾਂ ਇਹ ਆਪਣੇ ਕੋਲ ਹੈ ਨੋਨ ਯੂਨੀਫਾਰਮ ਮੋਸ਼ਨ। ਜਿੱਥੇ 2 ਦੀ ਜਗ੍ਹਾ ਤੇ ਕੀ ਲੱਗਿਆ ਹੁੰਦਾ, 4 ਲੱਗਿਆ ਹੁੰਦਾ, ਫਿਰ ਇਹ ਪੁੱਛ ਲੈਂਦੇ ਕਿਹੜਾ ਮੋਸ਼ਨ ਹੈ, ਫਿਰ ਤੁਸੀਂ ਕੀ ਕਹਿਣਾ ਸੀ? ਇਹ ਹੈਗਾ ਯੂਨੀਫਾਰਮ ਮੋਸ਼ਨ। ਦੇਖੋ ਨਿੱਕੇ ਨਿੱਕੇ ਡਾਊਟ ਕਲੀਅਰ ਕਰੋਗੇ ਤਾਂ ਕਨਸੈਪਟ ਤੁਹਾਡਾ ਮਜ਼ਬੂਤ ਹੋਊਗਾ। ਅਦਰਵਾਈਜ਼ ਜੇ ਤੁਸੀਂ ਕਹੋ ਸਰ ਸਾਨੂੰ ਤਾਂ ਸਿੱਧੇ MCQ ਕਰਾ ਦਿਓ, ਸਾਨੂੰ ਤਾਂ ਹੁਣੇ ਜਿਹੜੇ ਔਖੇ ਨੂਮੈਰਿਕ ਕਰਾਓ, ਫਿਰ ਨਹੀਂ ਕਲੀਅਰ ਹੋਣੀਆਂ ਇਹ ਚੀਜ਼ਾਂ। ਬੇਸਿਕ ਪਕੜੋ ਪਹਿਲਾਂ, ਕਿਉਂਕਿ ਟਾਈਮ ਹੈਗਾ ਤੁਹਾਡੇ ਕੋਲੇ, ਬੇਸਿਕ ਚੀਜ਼ਾਂ ਕਲੀਅਰ ਕਰੋ। ਹੁਣ ਦੇਖੋ, ਕੋਈ ਪੇਡ ਪੂਡ ਚੋਂ ਕਿਤੋਂ ਨਹੀਂ ਕੁਛ ਮਿਲਣਾਗਾ, ਜਿੰਨਾ ਮਰਜ਼ੀ ਦਿਮਾਗ ਚਲਾਈ ਚੱਲਿਓ। ਦੇ ਦੇਣਾ ਮੈਂ ਹਾਰਡ ਨੋਟਸ, ਜਿੰਨੇ ਮਰਜ਼ੀ ਲੈ ਲਿਓ। ਆ ਲਓ, ਹੁਣ ਆਪਾਂ ਕਰਦੇ ਹਾਂ ਆਪਣੇ ਕਨਸੈਪਟ ਵੱਲ ਚੱਲਦੇ ਹਾਂ। ਲਓ ਹੁਣ ਦੇਖੋ ਆਪਣੇ ਕੋਲ ਕੀ ਸੀਗਾ, ਇੰਨਾ ਪਤਾ ਲੱਗ ਗਿਆ ਨਾ ਕਿ ਵੈਰੀਏਬਲ ਸਪੀਡ ਹੈ ਤੇ ਨੋਨ ਯੂਨੀਫਾਰਮ ਮੋਸ਼ਨ ਹੈ। ਹੁਣ A ਪੁਆਇੰਟ ਤੋਂ B ਪੁਆਇੰਟ, B ਤੋਂ C ਪੁਆਇੰਟ, 4 ਸੈਕਿੰਡ, 2 ਸੈਕਿੰਡ, 16 ਮੀਟਰ ਤੇ 16 ਮੀਟਰ। ਆਪਾਂ ਪਤਾ ਕੀ ਕਰਨਾ? ਐਵਰੇਜ ਸਪੀਡ, ਟੋਟਲ ਟਾਈਮ ਤੇ ਟੋਟਲ ਡਿਸਟੈਂਸ। ਪਹਿਲਾਂ ਉੱਤੇ ਟੋਟਲ ਡਿਸਟੈਂਸ ਆਊਗਾ 16 + 16, ਥੱਲੇ ਕੀ ਆਊਗਾ 4 + 2, 32/6।
ਹੁਣ ਕਿੰਨਾ ਆ ਗਿਆ ਆਪਣੇ ਕੋਲੇ, ਕੱਟ ਕੇ ਆਪਣੇ ਕੋਲੇ ਇਹਦਾ ਕੀ ਆ ਜਾਊਗਾ, ਆंसर ਆ ਜਾਊਗਾ। चीज़ां क्लीयर हो गई। जिन्ना भी पॉइंट दे विच आंसर ला लो 5 पॉइंट समथिंग, ठीक है 5.33। तो पिछे एक चीज़ ना लानी भुल्लियो, मीटर पर सैकेंड या की आऊगा मीटर सैकेंड -1। ये चीज़ां जे ध्यान च रखो। हुण एवरेज स्पीड भी पता लग गई ना कि किवें आपां सॉल्व करना एवरेज स्पीड भी। ये सारियां चीज़ां लगाते रहोगे क्लासिस तो पता लगती रहनियां। एवरेज स्पीड क्लीयर हो गया, यूनीफॉर्म मोशन क्लीयर हो गया, नॉन यूनीफॉर्म मोशन भी क्लीयर हो गया, स्केलर एक क्वांटिटी है, एवरेज स्पीड है जी, ठीक है। टोटल डिस्टेंस जिन्ना आप कवर किया हुण तक, ए तो लैके एंड तक पॉइंट तक जिन्ने भी कवर किए सारे जोड़ दिओ। जे मन के चलो इत्थे एक होर दिता, इनू आपां एवें लिख दिंदे हुंदे ना कई वारी, डिस्टेंस दस्सिया ना D1 + D2 + D3 जिन्ना भी दिता, T1 टाइम हो गया, T2 T3। हुण इत्थे 3 तो दिता ही नहीं, अपने कोल 2 दिते हुए आ। लो हुण आपां 2 नाल सॉल्व कर दांगे। इधर आप वैल्यू पुट करती है, देखो 16 D1 D2 कितना 16, T1 4 तो T2 कितना दिता 2। ये सारिया चीज़ां ध्यान च रखा करो। हुण चलदे आपां एवरेज वेलोसिटी वाल, जिंदे विच बहुत कन्फ्यूजन आती है। पहलां तां फॉर्मूले दे विच कि ना फॉर्मूला की हुंदा। हुण देखो एवरेज वेलोसिटी द रेशो ऑफ टोटल डिस्टेंस ट्रैवल्ड इन अ स्पैसीफाइड डायरैक्शन। इत्थे एक चीज़ ते वारी वारी जोर दिता जाऊगा जदों तुहानूं वेलोसिटी देखण नूं मिलूगी। स्पैसीफाइड डायरैक्शन, स्पैसीफाई की होगी डायरैक्शन कि इत्थे जे हुण तुसीं इत्थों चल के जलंधर जाना तो जलंधर ही जाना है, आपां ये नहीं रस्ते च आपदी मर्जी नाल मुड़ जाना। उत्थे स्पैसीफाई एक डायरैक्शन होगी। जे तुसीं स्क्रूटनी करान मोहाली जाना तो मोहाली ही जाओगे, तो नहीं चंडीगढ़ चले जाओगे। हुण स्पैसीफाइड डायरैक्शन है टू द टोटल टाइम टेकन। हुण इत्थे दो चीज़ां होर आ गईयां, टोटल डिस्टेंस ट्रैवल ते टोटल टाइम टेकन। बॉडी मतलब कार, बस, कोई भी ऑब्जेक्ट टू ट्रैवल द डिस्टेंस इज कॉल्ड एवरेज वेलोसिटी। हुण अद्धियां दे टप गया उपरों, ठीक है, जेड़े तां ध्यान घट दे रहे हैं। जिन्हां ने ध्यान दिता उन्होंने पता लग गया चीज़, पर मैं दोबारा फिर समझा दूंगा। फॉर्मूला इनका की है, मैं पहला भी कहा सी, जिथे वेलोसिटी लिखा आ गया उत्थे तुसीं डिस्प्लेसमेंट ले लियो चुप करके, जे तुसीं चंगी तरह समझना तां, ठीक है। जे तुसीं चंगी तरह समझना तां इहनूं हुण देखो इहदा फॉर्मूला की है अपने कोले। फॉर्मूला हैगा उहदे च की सीगा, टोटल टाइम टेकन, ठीक है, टोटल डिस्टेंस, दो चीज़ां सी ना, टोटल डिस्टेंस सीगा ते टोटल टाइम टेकन सीगा। इहदे विच टोटल टाइम तां नीचे हैगा ही हैगा, तां इहदे च अग्गों की अपने कोल टोटल डिस्प्लेसमेंट, ठीक है। इहदे च अपने कोल की हैगा टोटल डिस्प्लेसमेंट। हुण देखो टोटल डिस्प्लेसमेंट मतलब तुहानूं अगे प्रैक्टिकल करके दिखा ही दिना मैं। मान के चलो ए पॉइंट बी पॉइंट, पहला बेसिक करा रहा, नहीं तो तुम कहोगे सर एक ही वारी पहला बेसिक समझो। हुण टोटल डिस्प्लेसमेंट ए तो लैके बी तक, ठीक है, 5 किलोमीटर, मीटर 5 किलोमीटर कुछ भी लिख लियो एक बारी, तो 10 किलोमीटर। हुण उदों बाद की है, टोटल टाइम कितना लग्या, हलो टोटल टाइम कितना लग्या अपने को 5 मिनट ते 5 मिनट, ठीक है। हुण आपां की करना है, टोटल डिस्प्लेसमेंट ते टोटल टाइम टेकन जिन्ना भी आया प्लस करके उहदा आंसर कढ़ दांगे। पर इत्थे एक चीज़ का ध्यान रखना है बस, कि जदों भी फार्मूला लाउणा है ना, उदों हमेशा जिहड़ी डायरैक्शन होगी ना एक स्पैसीफिक होनी चाहिए है। ध्यान नाल समझ लियो, मैं दोबारा फिर दस दिना कि जदों एवरेज वेलोसिटी का फार्मूला लगूगा टोटल डिस्प्लेसमेंट वाला, ठीक है, ते टोटल टाइम वाला, उदों लगूगा जदों अपने कोल की है सीधा सीधा दिता होगा कि ए तो लैके सी पॉइंट ते, या ए तो लैके सी ते जाके फिर ए ते आ गए। मतलब सीधा सीधा दिता होगा कि वो स्पैसीफिक मैनू सामने डायरैक्शन दिखी जाती है। कन्फ्यूजन कित्थे आऊगी, जदों ए तो जांदे जांदे, ठीक है, ए तो जाके बी ते बी तो जाके सी ते पहुंच गए। हुण इत्थे की हो गया, आपां जे आ चीज़ ले ली तो ये तो डिस्प्लेसमेंट होनी नहीं, क्योंकि डिस्प्लेसमेंट तो आ रही, शॉर्टकट रास्ता डिस्प्लेसमेंट यही है ना। पर हुण इत्थे किहड़ा फार्मूला लगूगा, आ रहा वो लगूगा नीचे वाला फार्मूला, इनीशियल वेलोसिटी ते फाइनल वेलोसिटी बटा 2। हुण इनीशियल वेलोसिटी किहड़ी है अपने कोले, इनीशियल वेलोसिटी आ रही, ए तो स्टार्ट किया सीगा, इनीशियल वेलोसिटी प्लस फाइनल वेलोसिटी जिथे वो पहुंच गया, फाइनल वेलोसिटी बटा 2, बस उदों आ वाला फार्मूला लगूगा। इस चीज़ का ध्यान रखना खास। मैं हुणे
ਜਿਵੇਂ ਐਵਰੇਜ ਸਪੀਡ ਦਾ ਫਾਰਮ ਉਹ ਕਰਾਇਆ ਸੀ ਨਿਊਮੈਰਿਕ, ਉਹ ਵੀ ਕਰਾ ਦੇਣਾ। ਪਰ ਇੱਥੇ ਖਾਸ ਧਿਆਨ ਰੱਖਣਾ ਐਵਰੇਜ ਵੈਲੋਸਿਟੀ ਵੇਲੇ, ਜਿੱਥੇ ਬੱਚੇ ਕਨਫਿਊਜ਼ ਹੁੰਦੇ ਸਰ ਨੈਟ ਤੇ ਤਾਂ ਹੋਰ ਫਾਰਮੂਲਾ ਦਿੱਤਾ ਹੋਇਆ, ਬੁੱਕ ਦੇ ਵਿੱਚ ਹੋਰ ਦਿੱਤਾ ਹੋਇਆ, ਉਹ ਇਸ ਕਰਕੇ ਦਿੱਤਾ ਹੁੰਦਾ। ਗਲਤ ਕੋਈ ਨਹੀਂ ਹੁੰਦਾ, ਦੋਨੋਂ ਹੀ ਸਹੀ ਹੈ, ਪਰ ਇਸ ਕਰਕੇ ਦਿੱਤਾ ਜਿੱਥੇ ਤਾਂ ਸਪੈਸੀਫਿਕ ਡਾਇਰੈਕਸ਼ਨ ਦਿੱਤੀ ਹੈ ਕਿ ਸਿੱਧਾ ਜਾ ਕੇ ਸਿੱਧਾ ਮੁੜਿਆ, ਠੀਕ ਹੈ, ਜਾਂ ਸਿੱਧਾ ਜਾ ਕੇ ਉੱਥੇ ਹੀ ਪਹੁੰਚ ਗਏ, ਤਾਂ ਉੱਥੇ ਲੱਗੂਗਾ ਟੋਟਲ ਡਿਸਪਲੇਸਮੈਂਟ ਤੇ ਟੋਟਲ ਟਾਈਮ। ਤੇ ਜਿੱਥੇ ਜਾ ਕੇ ਇੱਥੇ ਮੋੜ ਆ ਗਏ ਰਸਤੇ ਦੇ ਵਿੱਚ, ਤਾਂ ਉੱਥੇ ਲੱਗੂਗਾ ਇਨੀਸ਼ੀਅਲ ਤੇ ਫਾਈਨਲ ਬਟਾ 2। ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਹੁਣ ਦੇਖੋ ਮੈਂ ਤੁਹਾਨੂੰ ਇੱਕ ਸਮ ਕਰਕੇ ਦਿਖਾਈ ਦਿੰਦਾ, ਠੀਕ ਹੈ, ਫਿਰ ਤੁਹਾਨੂੰ ਬੇਸਿਕ ਸਮ ਕਰਕੇ ਦਿਖਾਣਾ, ਫਿਰ ਤੁਹਾਨੂੰ ਕਲੀਅਰ ਹੋ ਜਾਊਗਾ, ਫਿਰ ਤੁਹਾਡੇ ਜਿਹੜਾ ਦਿਮਾਗ 'ਚ ਸ਼ਾਇਦ ਨਵੀਆਂ ਚੀਜ਼ਾਂ ਫਿੱਟ ਹੋ ਜਾਣ। ਲਓ ਹੁਣ ਸਵੀਮਿੰਗ ਪੂਲ ਹੈ, ਧਿਆਨ ਨਾਲ ਸਮਝ ਲਿਓ, ਸਵੀਮਿੰਗ ਪੂਲ ਹੈ, ਠੀਕ ਹੈ। ਲਓ ਸਵੀਮਿੰਗ ਪੂਲ ਹੈ, ਸਵੀਮਿੰਗ ਪੂਲ ਦੇ ਵਿੱਚ ਮੰਨ ਕੇ ਚਲੋ ਰਾਮ ਹੈ, ਠੀਕ ਹੈ। ਰਾਮ ਕਿਨੇ ਕੀ ਕੀਤਾ, ਦੋਨੋਂ ਹੀ ਕਰਾਊਂਗਾ ਹੁਣ, ਐਵਰੇਜ ਸਪੀਡ ਵੀ ਤੇ ਐਵਰੇਜ ਵੈਲੋਸਿਟੀ ਵੀ ਕਿਵੇਂ ਆਪਾਂ ਸੋਲਵ ਕਰਨਾ। ਰਾਮ ਨੇ ਕੀ ਕੀਤਾ, A ਪੁਆਇੰਟ ਤੋਂ ਗਿਆ, ਠੀਕ ਹੈ, ਤੇ B ਪੁਆਇੰਟ ਤੇ ਦੂਜੇ ਛੋਰ ਤੇ ਚਲਾ ਗਿਆ ਸਵੀਮਿੰਗ ਪੂਲ ਦੇ। ਹੁਣ ਸਵੀਮਿੰਗ ਪੂਲ ਦਾ ਦੂਜਾ ਛੋਰ ਕਿੰਨੀ ਦੂਰ ਹੈ, ਉਹ ਹੈਗਾ ਆਪਣੇ ਕੋਲੇ 90 ਮੀਟਰ, ਠੀਕ ਹੈ, ਉੱਤੇ ਲਿਖ ਦਿੰਨੇ ਆ 90 ਮੀਟਰ ਆਓ। ਹੁਣ ਕਲੀਅਰ ਹੋ ਗਿਆ। ਉਹ ਫਿਰ ਉੱਥੋਂ ਵਾਪਸ ਆਇਆ ਮਤਲਬ B ਤੋਂ C ਤੱਕ, B ਤੋਂ C ਪੁਆਇੰਟ ਤੇ ਆ ਗਿਆ, ਠੀਕ ਹੈ। ਚਲੋ A ਤੇ ਆਊਗਾ ਨਾ, A ਪੁਆਇੰਟ ਤੇ ਆ ਗਿਆ, ਉਹ ਵੀ 90 ਮੀਟਰ ਹੈ। ਓਬਵੀਅਸ ਹੈ ਕਿ ਜੇ ਜਾਣ ਵਾਲਾ ਰਸਤਾ ਵੀ ਉਹਦਾ 90 ਮੀਟਰ ਹੈ ਤਾਂ ਦੂਸਰਾ ਵੀ 90 ਮੀਟਰ ਹੋਊਗਾ। ਧਿਆਨ ਨਾਲ ਦੇਖ ਲਿਓ ਸਮ, ਇੱਥੇ ਦੋਵੇਂ ਫਾਰਮੂਲੇ ਲਾ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਦੂੰਗਾ। ਹੁਣ ਇਹਦੇ 'ਚ ਆਪਣੇ ਕੋਲ ਕੀ ਹੈ, ਇਹਦੇ 'ਚ ਆਪਣੇ ਕੋਲ ਲੱਗੇ ਹੁੰਦੇ 5 ਮਿੰਟ, 5 ਸੈਕਿੰਡ, ਮਿੰਟ ਲਾ ਲਓ, ਚਲੋ ਇੱਕ ਵਾਰੀ ਸੈਕਿੰਡ ਹੀ ਲਾ ਲਓ, ਚਲੋ 60 ਸੈਕਿੰਡ ਲਾ ਲਓ। ਇਹਦੇ 'ਚ ਲੱਗੇ 60 ਸੈਕਿੰਡ, ਤੇ ਇਹਦੇ ਵਿੱਚ ਵੀ ਕੀ ਲੱਗੇ 60 ਸੈਕਿੰਡ। ਹੁਣ ਇੱਥੇ ਆਪਾਂ ਨੂੰ ਐਗਜ਼ਾਮੀਨਰ ਨੇ ਕਿਹਾ ਕਿ ਮੈਨੂੰ ਦੱਸੋ ਐਵਰੇਜ ਸਪੀਡ ਕੀ ਹੈ ਤੇ ਐਵਰੇਜ ਵੈਲੋਸਿਟੀ ਕੀ ਹੈ, ਠੀਕ ਹੈ। ਹੁਣ ਦੇਖੋ ਪਹਿਲਾਂ ਆਪਾਂ ਐਵਰੇਜ ਸਪੀਡ ਕੱਢਾਂਗੇ, ਟੋਟਲ ਡਿਸਟੈਂਸ ਬਟਾ ਟੋਟਲ ਟਾਈਮ ਟੇਕਨ, ਜਿਹੜਾ ਟੋਟਲ ਟਾਈਮ ਲੱਗਿਆ, ਠੀਕ ਹੈ। ਡਿਸਟੈਂਸ ਆਪਣੇ ਕੋਲ ਦੋ ਦਿੱਤੇ ਹੋਏ ਆ, D1 ਪਲੱਸ D2, ਟਾਈਮ ਵੀ ਕਿੰਨੇ ਦਿੱਤੇ ਆ, T1 ਪਲੱਸ T2। ਹੁਣ ਆਪਣੇ ਕੋਲ ਕੀ ਹੈ 90 ਪਲੱਸ 90 ਤੇ 60 ਪਲੱਸ 60, ਹੁਣੇ ਕੀ ਬਣ ਗਿਆ 180 ਬਟਾ 120। ਇਹਨੂੰ ਕੱਟ ਕੇ ਆਪਣੇ ਕੋਲ ਕੀ ਆ ਜਾਊਗੀ ਐਵਰੇਜ ਸਪੀਡ ਮੀਟਰ ਪਰ ਸੈਕਿੰਡ, ਠੀਕ ਹੈ। ਜਿੰਨਾ ਵੀ ਆ ਗਿਆ ਆਪਣੇ ਕੋਲ ਕੱਟ ਕੇ ਆ ਜਾਊਗਾ 6 3 ਤਾਂ ਸੌਰੀ 9 ਬਟਾ 6 3 ਬਟਾ 2 ਆ ਜਾਊਗਾ 3, ਉਹਨੂੰ ਕੱਟ ਕੇ ਤੇ ਉਹਦਾ ਆਨਸਰ ਆ ਜਾਊਗਾ। ਹੁਣ ਇੱਥੇ ਆਪਣੇ ਕੋਲ ਕੀ ਹੈ ਐਵਰੇਜ ਵੈਲੋਸਿਟੀ ਪਤਾ ਕਰਨੀ ਹੈ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ, ਇਹ ਤਾਂ ਸਪੈਸੀਫਿਕ ਡਾਇਰੈਕਸ਼ਨ ਹੈ ਨਾ ਕਿ ਸਿੱਧਾ ਜਾ ਕੇ ਸਿੱਧਾ ਹੀ ਮੁੜਿਆ ਆ, ਠੀਕ ਹੈ। ਹੁਣ ਆਪਾਂ ਕੀ ਕਰਨਾ ਹੈ, ਟੋਟਲ ਡਿਸਪਲੇਸਮੈਂਟ ਬਟਾ ਟੋਟਲ ਟਾਈਮ। ਹੁਣ ਕੀ ਹੋ ਗਿਆ, ਹੁਣ ਆਪਣੇ ਕੋਲ ਕੀ ਆ ਗਿਆ ਡਿਸਪਲੇਸਮੈਂਟ। ਕੀ ਹੁੰਦਾ ਡਿਸਪਲੇਸਮੈਂਟ, ਇਹਦੇ ਵਿੱਚ ਕਿੰਨਾ ਆਪਣੇ ਕੋਲੇ ਸਟਾਰਟ ਵਾਲਾ ਪੁਆਇੰਟ ਤੇ ਆਖਰੀ ਵਾਲਾ ਪੁਆਇੰਟ, ਦੋਨੋਂ ਕੀ ਹੈ ਸੇਮ ਹੈ, ਕਿਉਂਕਿ ਆਪਾਂ ਹਮੇਸ਼ਾ ਡਿਸਪਲੇਸਮੈਂਟ ਉਹੀ ਮੰਨਦੇ ਆ ਜਿੱਥੇ ਇੱਕ ਸਟਾਰਟ ਹੁੰਦੀ ਹੈ ਕੋਈ ਚੀਜ਼ ਤੇ ਜਿੱਥੇ ਇੱਕ ਚੀਜ਼ ਕੀ ਹੈ ਖਤਮ ਹੋ ਜਾਂਦੀ ਹੈ। ਤਾਂ ਸਟਾਰਟ ਵੀ ਇਹ ਤੇ ਹੋਈ ਹੈ ਤੇ ਖਤਮ ਵੀ ਇਹ ਤੇ ਹੋ ਗਈ, ਇਹ ਕੀ ਆ ਗਿਆ 0, ਤਾਂ ਆਪਣਾ ਆਨਸਰ ਹੀ ਕੀ ਆ ਗਿਆ 0 ਆ ਗਈ ਐਵਰੇਜ ਵੈਲੋਸਿਟੀ ਜਿਹੜੀ, ਠੀਕ ਹੈ। ਤੇ ਨੀਚੇ ਆਪਾਂ ਕੁਝ ਵੀ ਲਾ ਲਵਾਂਗੇ 120 ਸੈਕਿੰਡ ਲਾ ਲਵਾਂਗੇ ਤਾਂ 0 ਹੀ ਰਹੂਗੀ। ਹੁਣ ਕਲੀਅਰ ਹੋ ਗਈਆਂ ਚੀਜ਼ਾਂ। ਇਹ ਸੀ ਆਪਣਾ ਐਵਰੇਜ ਸਪੀਡ ਤੇ ਐਵਰੇਜ ਵੈਲੋਸਿਟੀ ਤੇ ਨੋਨ ਯੂਨੀਫਾਰਮ ਤੇ ਯੂਨੀਫਾਰਮ ਮੋਸ਼ਨ, ਤੁਹਾਨੂੰ ਮੈਂ ਇਹਦੇ ਵਿੱਚ ਹੀ ਕਵਰ ਕਰਾਤਾ। ਵੈਲੋਸਿਟੀ ਵਾਲਾ ਜਿਹੜੇ ਬੱਚਿਆਂ ਨੇ ਨਹੀਂ ਦੇਖਿਆ ਤਾਂ ਪਹਿਲਾਂ ਦੇਖ ਲਿਓ। ਹੁਣ ਆਪਾਂ ਅੱਗੋਂ ਕਰਾਂਗੇ ਪਰਵੇਗ ਵਾਲਾ, ਐਕਸਲਰੇਸ਼ਨ ਵਾਲਾ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜਾ ਕੁਝ ਰਹਿ ਗਿਆ ਨਿੱਕਾ ਮੋਟਾ ਉਹ, ਨਹੀਂ ਤਾਂ ਇਸ ਤੋਂ ਬਾਅਦ ਚੈਪਟਰ ਆਪਣਾ ਕੀ ਹੈ ਕੰਪਲੀਟ ਹੈ। 1-2 ਮੈਕਸਿਮਮ ਲੈਕਚਰ ਆਪਣੇ ਹੋਰ ਹੈਗੇ ਆ ਇਸ ਚੈਪਟਰ ਨੂੰ ਲੈ ਕੇ। ਨੂਮੈਰੀਕਲ ਬਾਅਦ ਚੋਂ ਦੇਖਾਂਗੇ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਕਿਵੇਂ ਲੱਗਿਆ ਦੱਸ ਦਿਓ, ਲਾਈਕ ਸ਼ੇਅਰ ਕਮੈਂਟ ਕਰ ਦਿਓ। ਜੇ ਕੋਈ ਡਾਊਟ ਹੋਵੇ ਤਾਂ ਗਰੁੱਪ 'ਚ ਆ ਜਾਓ, ਗਰੁੱਪ 'ਚ ਆ ਕੇ ਪੁੱਛ ਸਕਦੇ ਹੋ। ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਆਪਣਾ ਖਿਜਾ ਟਿਊਸ਼ਨ ਦੇ ਨਾਮ ਤੇ। 3 ਗਰੁੱਪ ਹੈ, ਇੱਕ ਕੁਇਜ਼ ਵਾਲਾ, ਇੱਕ ਆਪਣਾ ਸਿੰਪਲ ਡਿਸਕਸ਼ਨ ਗਰੁੱਪ ਹੈ ਤੇ ਇੱਕ ਇਹਦੇ ਵਿੱਚ ਲਿੰਕ ਵਗੈਰਾ ਫਾਈਲਸ PDF ਸਾਰੀਆਂ ਤੁਹਾਨੂੰ ਮਿਲ ਜਾਣਗੀਆਂ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।